ਭਾਵੇਂ ਨਵਾਂ ਧਰਮ ਵੀ ਹੁੰਦਾ ਤੇ ਪੁਰਾਣੀ ਪਰੰਪਰਾ 'ਚੋਂ ਹੀ ਪੈਦਾ ਹੈ, ਪਰ ਉਹ ਪਰੰਪਰਾ ਤੋਂ ਬਾਹਰ ਹੁੰਦਾ ਹੈ। ਜਿਵੇਂ ਬਾਬਾ ਨਾਨਕ ਜੀ ਪੈਦਾ ਤੇ ਹਿੰਦੂਆਂ 'ਚ ਹੀ ਹੋਏ ਸਨ, ਪਰ ਹਿੰਦੂਆਂ ਤੋਂ ਬਾਹਰ ਹੋਏ ਤੇ ਉਸੇ ਪਰੰਪਰਾ ਦਾ ਖੰਡਨ ਵੀ ਕਰਨਾ ਪੈਂਦਾ ਹੈ, ਕਿਉਂਕਿ ਉਹਨਾਂ ਬਾਰੇ ਜ਼ਿਆਦਾ ਜਾਣਦੇ ਹਨ ਵੀ ਉੱਪਰੋਂ ਪਾਖੰਡ ਹੋ ਰਿਹਾ ਹੈ। ਅੰਦਰੋਂ ਧਾਰਮਿਕ ਕੋਈ ਵੀ ਨਹੀਂ ਹੈ, ਸਿਰਫ ਦਿਖਾਵੇ ਮਾਤਰ ਹੀ ਧਾਰਮਿਕ ਹੈ। ਤਿਵੇਂ ਹੀ ਮੈਂ ਵੀ ਜਾਣਦਾ ਹਾਂ ਸਿੱਖਾਂ ਨੂੰ, ਕਿਉਂਕਿ ਸਿੱਖਾਂ ਦੇ ਘਰਾਂ ਦੇ ਵਿੱਚ ਹੀ ਬਚਪਨ 'ਚੋਂ ਰਿਹਾ ਹਾਂ, ਸਿੱਖਾਂ 'ਚ ਹੀ ਵਿਚਰਿਆ ਹਾਂ, ਬਹੁਤ ਚੰਗੀ ਤਰ੍ਹਾਂ ਜਾਣਿਆ ਹੈ ਸਿੱਖਾਂ ਨੂੰ। ਇਸ ਕਰਕੇ ਮੈਂ ਸਿੱਖਾਂ ਬਾਰੇ ਥੋੜ੍ਹਾ ਜਿਹਾ ਜ਼ਿਆਦਾ ਜਾਣਦਾ, ਜ਼ਿਆਦਾ ਬੋਲਦਾ। ਵੀ ਸਿੱਖ ਸਿਰਫ ਉੱਪਰੋਂ ਹੀ ਧਾਰਮਿਕ ਹਨ, ਅੰਦਰੋਂ ਨਹੀਂ। ਤੇ ਜਦੋਂ ਕੋਈ ਜਾਣਦਾ ਹੈ ਨਾ, ਉਦੋਂ ਉਹ ਬਾਹਰ ਹੋ ਜਾਂਦਾ ਹੈ, ਉਸ ਪਰੰਪਰਾ ਤੋਂ ਬਾਹਰ ਆਣ ਕੇ ਜਾਣਦਾ ਹੈ। ਵਾਸਤਵਿਕ ਦੇ ਵਿੱਚ ਸੁਤੰਤਰ ਹੋ ਕੇ ਜਾਣੇਗਾ ਨਾ, ਤਾਂ ਉਹ ਦੂਸਰਿਆਂ ਨੂੰ ਵੀ ਕਹਿੰਦਾ ਵੀ ਤੁਸੀਂ ਵੀ ਆ ਜਾਓ ਬਾਹਰ, ਤੁਸੀਂ ਵੀ ਜਾਣ ਲਓ। ਜਿੰਨਾ ਚਿਰ ਤੁਸੀਂ ਅੰਦਰ ਹੋ ਕਿਸੇ ਵੀ ਪਰੰਪਰਾ 'ਚ, ਉਹਨਾਂ ਚਿਰ ਤਾਂ ਤੁਸੀਂ ਪਰੰਪਰਾਵਾਦੀ ਹੀ ਰਹੋਗੇ ਨਾ। ਹੁਣ ਜੋ ਕਿਹਾ ਜਾ ਰਿਹਾ ਹੈ, ਇਹ ਸਭ ਕੁਝ ਛੱਡ ਕੇ ਕਿਹਾ ਜਾ ਰਿਹਾ ਹੈ ਸੁਤੰਤਰਤਾ ਦੇ ਨਾਲ। ਤੁਸੀਂ ਵੀ ਸੁਤੰਤਰਤਾ ਦੇ ਨਾਲ ਹੀ ਸੁਣੋਗੇ ਨਾ। ਹਿੰਦੂ ਮਤ ਛੱਡ ਕੇ, ਸਿੱਖ ਮਤ ਛੱਡ ਕੇ। ਫਿਰ ਸੁਣਨ ਵਾਲਿਆਂ ਨੂੰ ਮੈਂ ਕਦੀ ਪੁੱਛਿਆ ਨਹੀਂ ਹੈ ਵੀ ਤੁਸੀਂ ਕਿਹੜੇ ਧਰਮ ਦੇ ਹੋ। ਇਹ ਵੀ ਗੱਲ ਤੁਸੀਂ ਕਦੀ ਸੋਚੀ? ਨਾ ਕੋਈ ਧਰਮ ਪੁੱਛਿਆ, ਨਾ ਮਜ਼ਹਬ ਪੁੱਛਿਆ, ਨਾ ਜਾਤ ਪੁੱਛੀ, ਨਾ ਗੋਤ ਪੁੱਛੀ ਕਿਸੇ ਦੀ। ਨਹੀਂ, ਪੁੱਛਣ ਦੀ ਲੋੜ ਹੀ ਨਹੀਂ। ਜਿਹੜੇ ਸੁਣਨ ਨੂੰ ਤਿਆਰ ਹੋਣਗੇ, ਤਿਆਰ ਹੋਏ ਹਨ, ਉਹ ਸੁਣਨਗੇ। ਜਿਹੜੇ ਨਿਕਲਣ ਨੂੰ ਤਿਆਰ ਹੋਏ ਹਨ, ਉਹ ਨਿਕਲਣਗੇ ਹੀ। ਨਿਕਲਣਗੇ ਹੀ ਨਾ, ਜਿਹੜੇ ਤਿਆਰ ਹੋਏ ਤਾਂ ਉਹ ਸੁਣਨਗੇ। ਪਰ ਜਿਹੜੇ ਨਹੀਂ ਨਿਕਲਣ ਨੂੰ ਤਿਆਰ ਹੋਏ ਹਨ, ਕਈ ਐਸੇ ਵੀ ਹਨ, ਉਹ ਵੀ ਸੁਣਦੇ ਹਨ। ਤੋ ਪਿਛਲੇ ਧਰਮ ਨੂੰ ਵੀ ਖਿਆਲ ਵਿੱਚ ਰੱਖਦੇ ਹਨ, ਉਹਦੀਆਂ ਰਹੁ ਰੀਤੀਆਂ ਵੀ ਪਗਾਉਂਦੇ ਹਨ, ਅਤੇ ਇੱਧਰ ਸੁਣੀ ਵੀ ਜਾਂਦੇ ਹਨ। ਪਰ ਗੱਲ ਖਿਆਲ ਵਿੱਚ ਰੱਖਣ ਯੋਗ ਇਹ ਹੈ ਵੀ ਭਾਵੇਂ ਤੁਸੀਂ ਸੁਣੀ ਵੀ ਜਾਓ ਅਤੇ ਪਿਛਲੀ ਪਰੰਪਰਾ ਦੇ ਮੁਤਾਬਕ ਵੀ ਤੁਸੀਂ ਜੋ ਕਰ ਰਹੇ ਹੋ ਕਰਦੇ ਰਹੋ, ਫਿਰ ਵੀ ਤੁਹਾਨੂੰ ਜੋ ਕਿਹਾ ਗਿਆ ਹੈ ਨਾ ਇੱਧਰ ਵਾਸਤਵਿਕ ਦੇ ਵਿੱਚ, ਉਹਦਾ ਅਸਰ ਨਹੀਂ ਹੋਣਾ ਹੈ। ਸੁਣੀ ਤੇ ਜਾਓਗੇ, ਸਮਝ ਵੀ ਲਓਗੇ ਉੱਪਰਲੇ ਤਲ 'ਤੇ, ਪਰ ਅਸਰ ਨਹੀਂ ਹੋਣਾ ਹੈ। ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ, ਕਿਉਂਕਿ ਅਸਰ ਉਦੋਂ ਹੀ ਹੋਣਾ ਹੈ ਜਦੋਂ ਤੁਸੀਂ ਪੂਰੇ ਦੇ ਪੂਰੇ ਹੀ
ਲਗਨ ਨਾਲ ਸੁਣਨ ਲੱਗ ਪਏ। ਜਿਵੇਂ ਕਹਿੰਦੇ ਨਾ ਲਗਨ, ਕਿਸੇ ਨੂੰ ਲਗਨ ਲੱਗ ਗਈ। ਉਹ ਜਿੱਧਰ ਦੀ ਲਗਨ ਹੈ ਫਿਰ ਆਦਮੀ ਉਧਰ ਦੀ ਗੱਲ ਸੁਣਦਾ ਹੈ। ਇਵੇਂ ਹੀ ਧਰਮ ਹੈ। ਜਿੰਨਾ ਚਿਰ ਤੁਹਾਡੀ ਲਗਨ ਸੰਸਾਰ ਵਿੱਚ ਹੈ ਫਿਰ ਸੰਸਾਰ ਦੀ ਸੁਣਦੇ ਹੋ, ਸੰਸਾਰੀਆਂ ਦੀ ਵੀ ਸੁਣਦੇ ਹਨ। ਕਈ ਪ੍ਰੇਮੀ ਕਹਿ ਵੀ ਦਿੰਦੇ ਹਨ ਤੁਹਾਡੀ ਜਦੋਂ ਗੱਲ ਸੁਣਦੇ ਹਾਂ ਤੁਹਾਡੀ ਚੰਗੀ ਲੱਗਦੀ ਹੈ, ਜਦੋਂ ਸੰਸਾਰੀਆਂ ਦੀ ਸੁਣਦੇ ਸੰਸਾਰੀਆਂ ਦੀ ਚੰਗੀ ਲੱਗਦੀ, ਕਿਉਂਕਿ ਉੱਧਰ ਵੀ ਲਗਨ ਹੈ। ਫਿਰ ਧਾਰਮਿਕ ਜਗਤ ਦੇ ਵਿੱਚ ਲਗਨ ਹੈ। ਧਾਰਮਿਕ ਲੋਕ ਜੋ ਕਹਿੰਦੇ ਹਨ ਉਹ ਵੀ ਸੁਣਦੇ, ਫਿਰ ਉੱਧਰ ਝੁਕਾਅ ਹੋ ਜਾਂਦਾ ਅਤੇ ਮਨ ਡਾਵਾਂ ਡੋਲ ਰਹੇਗਾ, ਕਿਉਂਕਿ ਇੱਕ ਤਰਫਾ ਨਹੀਂ ਨਾ ਹੈ, ਇੱਕ ਤਰਫ ਝੁਕਾਵ ਨਹੀਂ ਹੈ, ਡਾਵਾਂ ਡੋਲ ਹੈ, ਕਦੀ ਉੱਧਰ ਜਾਂਦਾ ਕਦੀ ਉੱਧਰ ਜਾਂਦਾ। ਫਿਰ ਜਿਹੜੇ ਪੁਰਾਣਾ ਧਰਮ ਹੈ ਉਹਦੇ ਨਾਲ ਇਹਨਾਂ ਗੱਲਾਂ ਦਾ ਕੋਈ ਤਾਲਮੇਲ ਨਹੀਂ ਹੈ, ਬਹੁਤੀਆਂ ਗੱਲਾਂ ਦਾ ਨਹੀਂ ਹੋਵੇਗਾ। ਕਿਉਂਕਿ ਉਹ ਜੋ ਪੁਰਾਣਾ ਧਰਮ ਹੈ ਉਹ ਤਾਂ ਪਰੰਪਰਾਵਾਦੀ ਹੈ, ਉਹ ਪਰੰਪਰਾ ਦੇ ਹਿਸਾਬ ਨਾਲ ਬੋਲ ਰਹੇ ਹਨ, ਕਹਿ ਰਹੇ ਹਨ, ਸੋਚ ਰਹੇ ਹਨ। ਤਾਂ ਇੱਧਰ ਬਿਲਕੁਲ ਨਵਾਂ ਨਵਾਂ ਹੈ, ਨਵੇਂ ਨੂੰ ਸਮਝਣਾ ਵੀ ਔਖਾ ਹੈ। ਪੁਰਾਣਾ ਸਮਝ ਵਿੱਚ ਆਉਂਦਾ ਹੈ ਕਿਉਂਕਿ ਪਰੰਪਰਾ ਹੈ ਉਹਦੀ, ਬਹੁਤ ਕੁਛ ਲਿਖਿਆ ਜਾ ਚੁੱਕਿਆ ਹੈ, ਬੋਲਿਆ ਜਾ ਚੁੱਕਿਆ ਹੈ, ਕਹਿ ਰਹੇ ਹਨ ਲੋਕ, ਪਰੰਪਰਾ ਬਣੀ ਹੋਈ ਤੁਹਾਡੀ ਗੱਲ ਸਮਝ ਵਿੱਚ ਆ ਜਾਂਦੀ ਹੈ ਉਸ ਧਰਮ ਦੀ। ਪਰ ਜਿਹੜਾ ਨਵਾਂ ਹੈ ਬਿਲਕੁਲ ਨਕੋਰ, ਉਹਨੂੰ ਕਿਵੇਂ ਸਮਝੋਗੇ? ਉਹਦੇ ਪਿੱਛੇ ਤਾਂ ਕੁਛ ਵੀ ਨਹੀਂ ਲਿਖਿਆ ਹੈ। ਇਸੇ ਲਈ ਤਾਂ ਕਹਿੰਦੇ ਹਨ ਸਾਧੂ ਕੀ ਮਹਿਮਾ ਵੇਦ ਨਾ ਜਾਣੇ। ਹੁਣ ਵੇਦ ਜਾਣ ਕਿਵੇਂ ਸਕਦੇ ਹਨ? ਸਾਧੂ ਤਾਂ ਹੋਣਾ ਹੈ। ਵੇਦ ਪੁਰਾਣੇ ਸਾਧੂਆਂ ਦੇ ਲਿਖੇ ਹੋਏ ਹਨ, ਪੁਰਾਣੇ ਸਾਧੂਆਂ ਬਾਰੇ ਜ਼ਰੂਰ ਜਾਣਦੇ ਹੋਣਗੇ ਵੇਦ ਜਿਨ੍ਹਾਂ ਨੇ ਲਿਖੇ ਹਨ। ਧਾਰਮਿਕ ਸ਼ਾਸਤਰ ਤੇ ਪੁਰਾਣਿਆਂ ਬਾਰੇ ਜਾਣਦੇ ਹਨ ਨਾ, ਨਵੇਂ ਬਾਰੇ ਤਾਂ ਲਿਖਿਆ ਹੀ ਨਹੀਂ ਹੈ ਜੀ। ਹਾਂ, ਇਹ ਵੀ ਜਦੋਂ ਪੁਰਾਣਾ ਹੋ ਜਾਵੇਗਾ ਫਿਰ ਲਿਖਣਗੇ। ਤੇ ਸਾਧੂ ਕੀ ਮਹਿਮਾ ਵੇਦ ਨਾ ਜਾਣੇ, ਗੱਲ ਠੀਕ ਹੈ। ਪੁਰਾਣੇ ਸ਼ਾਸਤਰ ਨਹੀਂ ਜਾਣਦੇ ਹਨ, ਨਹੀਂ ਜਾਣ ਸਕਦੇ ਹਨ, ਕਿਉਂਕਿ ਉਹ ਨਵਾਂ ਹੈ। ਉਹ ਕਿਸੇ ਦੀ ਰੀਸ ਥੋੜ੍ਹੀ ਕਰਦਾ ਹੈ, ਕਿਸੇ ਦੀ ਨਕਲ ਥੋੜ੍ਹੀ ਕਰਦਾ ਹੈ, ਕਿਸੇ ਧਾਰਮਿਕ ਵਿਅਕਤੀ ਦੀ ਜਾਂ ਧਾਰਮਿਕ ਆਗੂ ਦੀ। ਉਹ ਨਕਲਚੀ ਥੋੜ੍ਹੀ, ਉਹ ਤਾਂ ਨਵਾਂ ਹੈ ਅਤੇ ਨਵੇਂ ਢੰਗ ਨਾਲ ਜੀਂਦਾ ਹੈ। ਅਤੇ ਜੈਸਾ ਸਮਾਂ ਹੈ ਵੈਸੇ ਸਮੇਂ ਦਾ ਉਪਯੋਗ ਕਰਦਾ ਹੈ। ਆਹ ਦੇਖੋ ਤੁਸੀਂ, ਆਹ ਸੋਸ਼ਲ ਮੀਡੀਆ ਦਾ ਉਪਯੋਗ ਹੋ ਰਿਹਾ ਹੈ। ਪੁਰਾਣੇ ਸਮਿਆਂ 'ਚ ਐਸਾ ਥੋੜ੍ਹੀ ਹੁੰਦਾ ਸੀ। ਪੁਰਾਣੇ ਸਮਿਆਂ 'ਚ ਦੇਖੋ ਉਪਦੇਸ਼ ਦੇਣ ਵਾਸਤੇ ਕਿੱਡੀ ਕਿੱਡੀ ਦੂਰ ਜਾਣਾ ਪੈਂਦਾ ਸੀ। ਬਾਬਾ ਨਾਨਕ ਜੀ ਗਏ, ਉਪਦੇਸ਼ ਦੇਣ ਵਾਸਤੇ ਗਏ ਨਾ। ਇਹ ਜਦੋਂ ਮਿਲਦਾ ਹੈ ਨਾ ਅਤੇ ਉਹਦੇ ਨਾਲ ਨਾਲ ਹੀ ਦੇਣ ਦਾ ਭਾਵ ਵੀ ਉੱਠਦਾ ਹੈ। ਇੱਕ ਬਹੁਤ ਗਹਿਰੀ ਅੰਦਰ ਦਇਆ ਦੀ ਭਾਵਨਾ ਉੱਠਦੀ ਹੈ ਵੀ ਦੱਸੀਏ ਕਿਸੇ ਨੂੰ, ਹੋਰ ਵੀ ਕਿਸੇ ਨੂੰ ਇਹ ਮਿਲ ਜਾਵੇ। ਪ੍ਰਗਟ ਹੋਣਾ ਚਾਹੁੰਦਾ ਹੈ, ਜਿਵੇਂ ਫੁੱਲ ਖਿੜਦਾ ਹੈ ਅਤੇ ਸੁਗੰਧ ਬਿਖਰਦੀ, ਇਵੇਂ। ਅਤੇ ਦੱਸਣ ਵਾਸਤੇ ਪੁਰਾਣੇ ਸਮਿਆਂ 'ਚ ਦੂਰ ਦੂਰ ਜਾਣਾ ਪੈਂਦਾ ਸੀ ਜਾਗਰਤ ਪੁਰਸ਼ਾਂ ਨੂੰ। ਅਜੋਕੇ ਸਮੇਂ 'ਚ ਦੇਖੋ ਤੁਸੀਂ ਦੂਰ ਦੂਰ ਬੈਠੇ ਹੋ, ਕੋਈ ਕਿਸੇ ਦੇਸ਼ 'ਚ ਬੈਠਾ ਹੈ, ਕੋਈ ਕਿਤੇ ਦੇਸ਼ 'ਚ ਬੈਠਾ ਹੈ, ਕੋਈ ਕਿਤੇ ਹੈ, ਕੋਈ ਕਿਤੇ। ਅਤੇ ਸਾਰਿਆਂ ਨੂੰ ਸੰਦੇਸ਼ ਪਹੁੰਚ ਰਿਹਾ ਹੈ। ਕਿਤੇ ਵੀ ਜਾਣ ਦੀ ਲੋੜ ਨਹੀਂ। ਦੇਖੋ ਜਿਵੇਂ ਮੇਲੇ ਦੇ ਵਿੱਚ ਗਵਾਚੇ ਹੋਣ ਅਤੇ ਇਕੱਲੇ ਇਕੱਲੇ ਨੂੰ ਲੱਭ ਕੇ ਲਿਆਓ, ਬੜਾ ਔਖਾ ਕੰਮ ਹੈ। ਤਾਂ ਇੱਥੇ ਬੈਠੇ ਨਹੀਂ,
ਜਿਹੜੇ ਮੇਲੇ 'ਚ ਬੈਠੇ ਹੋਏ ਹਨ, ਗਵਾਚੇ ਹੋਏ ਹਨ, ਉਹਨਾਂ ਨੂੰ ਲੱਭ ਲਿਆ। ਮੇਲੇ 'ਚ ਗਵਾਚੇ ਹੋਏ ਹਨ, ਸੰਸਾਰ ਰੂਪੀ ਮੇਲੇ ਦੇ ਵਿੱਚ ਗਵਾਚ ਗਏ। ਅਤੇ ਇਹ ਮਾਧਿਅਮ ਉਹਨਾਂ ਨੂੰ ਲੱਭਣ ਵਾਸਤੇ ਅਪਣਾਇਆ ਹੈ। ਉਹਨਾਂ ਤੱਕ ਸੰਦੇਸ਼ ਪਹੁੰਚ ਗਿਆ। ਦੇਖੋ ਕਿੱਡੀ ਦੂਰ ਬੈਠੇ ਹੋਏ ਹਨ ਦਰਸ਼ਨ ਸਿੰਘ ਜੀ। ਉੱਥੇ ਪਹੁੰਚ ਗਿਆ ਸੰਦੇਸ਼। ਤੁਹਾਡੇ ਅੰਦਰ ਪਿਆਸ ਜਾਗੀ, ਪੁਕਾਰ ਤੁਹਾਡੇ ਅੰਦਰ ਉੱਠੀ, ਤੁਹਾਡੇ ਕੋਲ ਸੰਦੇਸ਼ ਪਹੁੰਚ ਗਿਆ। ਇਹੋ ਹੀ ਮੈਂ ਅਕਸਰ ਕਹਿੰਦਾ ਹਾਂ ਨਾ, ਤੁਹਾਡੀ ਪਿਆਸ ਸੱਚੀ ਹੋਣੀ ਚਾਹੀਦੀ। ਅਗਰ ਤੁਸੀਂ ਵਾਸਤਵਿਕ ਦੇ ਵਿੱਚ ਜਾਗਣ ਦਾ ਚਾਹੁੰਦੇ ਹੋ ਤੇ ਪਰਮਾਤਮਾ ਜਗਾਏਗਾ ਹੀ ਕਿਸੇ ਨਾ ਕਿਸੇ ਬਹਾਨੇ। ਅਗਰ ਛੁੱਟਣਾ ਚਾਹੁੰਦੇ ਹੋ ਤਾਂ ਛਡਾਏਗਾ ਹੀ, ਉਹ ਲੱਭ ਕੇ ਲਿਆਏਗਾ। ਕਈ ਤਾਂ ਆਪਣੇ ਆਪ ਵੀ ਆ ਜਾਂਦੇ ਹਨ, ਸਿਆਣੇ ਹਨ, ਮੇਲੇ ਦੇ ਵਿੱਚ ਗਵਾਚੇ ਹੋਏ। ਕਈਆਂ ਨੂੰ ਲੱਭ ਕੇ ਲਿਆਉਣਾ ਪੈਂਦਾ ਹੈ, ਬਹੁਤੇ ਨਿਆਣੇ ਹੁੰਦੇ। ਅਤੇ ਜਿਹੜੇ ਨਿਆਣੇ ਬਹੁਤੇ ਉਹ ਖੜ੍ਹੇ ਖੜ੍ਹੇ ਰੋਈ ਜਾਂਦੇ, ਅਤੇ ਰੋਣਾ ਹੀ ਉਹਨਾਂ ਦਾ ਦੱਸਦਾ ਹੈ ਵੀ ਗਵਾਚ ਗਏ। ਰੋਣਾ ਹੀ ਦੱਸਦਾ ਹੈ ਨਾ ਬੱਚੇ, ਉੱਚੀ ਉੱਚੀ ਜਿਵੇਂ ਧਰੂ ਰੋਂਦਾ ਸੀ ਅਤੇ ਪੁਕਾਰ ਸੁਣ ਲਈ, ਭੇਜ ਦਿੱਤਾ ਨਾਰਦ ਨੂੰ। ਇੱਦਾਂ ਹੀ ਉਹ ਪੁਕਾਰ ਸੁਣਦਾ। ਅਤੇ ਪੁਕਾਰ ਜਿਹੜੀ ਹੈ ਨਾ, ਇਹ ਜਦੋਂ ਅੰਦਰੋਂ ਹੁੰਦੀ ਹੈ ਪੂਰੀ ਭਾਵਨਾ ਨਾਲ, ਉਦੋਂ ਸੁਣੀ ਜਾਂਦੀ ਹੈ। ਅੰਦਰੋਂ ਤੁਸੀਂ ਸੁਣਦੇ ਹੋ ਜਦੋਂ, ਬਾਹਰੋਂ ਨਹੀਂ। ਬਾਹਰੋਂ ਉਹ ਸੁਣਦਾ ਹੈ ਜਿਹੜਾ ਅਜੇ ਬਾਹਰ ਜੁੜਿਆ ਹੋਇਆ ਹੈ। ਫਿਰ ਖਿਆਲ ਵਿੱਚ ਰੱਖ ਲਿਓ, ਸੰਸਾਰ ਵੱਲੋਂ ਧਿਆਨ ਹਟਾਉਣਾ ਹੈ। ਇਹ ਤਾਂ ਜ਼ਰੂਰੀ ਹੈ, ਪਰ ਧਰਮ ਵੱਲੋਂ ਵੀ ਧਿਆਨ ਹਟਾਉਣਾ ਹੈ। ਕਿਉਂਕਿ ਅਗਰ ਤੁਸੀਂ ਧਾਰਮਿਕ ਵੀ ਬਣੇ ਰਹੇ ਫਿਰ ਵੀ ਤੁਸੀਂ ਬਾਹਰ ਹੀ ਜੁੜੇ ਰਹੋਗੇ। ਬਾਹਰੋਂ ਟੋਟਲ ਟੁੱਟਣਾ ਹੈ। ਜਦੋਂ ਕੋਈ ਜਾਗਦਾ ਹੈ ਨਾ, ਉਦੋਂ ਉਹਨੂੰ ਪਤਾ ਲੱਗਦਾ ਹੈ ਨਾ ਮੈਂ ਸਿੱਖ ਹਾਂ, ਨਾ ਮੈਂ ਹਿੰਦੂ ਹਾਂ, ਨਾ ਮੁਸਲਮਾਨ। ਅੰਦਰ ਪਰਮਾਤਮਾ ਥੋੜ੍ਹੀ। ਕਿਸੇ ਜਾਤੀ ਦਾ ਹੈ ਅਤੇ ਕਿਸੇ ਧਰਮ ਦਾ ਹੈ, ਅਤੇ ਉਹਦੇ ਨਾਲ ਜਿਹੜਾ ਜੁੜੇਗਾ ਉਹ ਵੀ ਵੈਸਾ ਹੀ ਹੋ ਜਾਵੇਗਾ ਨਾ, ਨਿਰਲੇਪ, ਨਿਰੰਜਨ। ਨਿਰੰਜਨ ਹੈ ਪਰਮਾਤਮਾ, ਉਹ ਵੀ ਨਿਰੰਜਨ ਹੋ ਜਾਵੇਗਾ, ਨਿਰਲੇਪ ਹੋ ਜਾਵੇ। ਅਤੇ ਵਾਸਤਵਿਕ ਦੇ ਵਿੱਚ
ਜਿਹੜੇ ਜਾਗਣ ਨੂੰ ਤਿਆਰ ਹੋ ਰਹੇ ਹਨ, ਉਹ ਸੁੱਤਿਆਂ ਹੋਇਆਂ ਦਾ ਸਾਥ ਛੱਡਣਗੇ। ਕੁਛ ਸੁੱਤੇ ਹੋਏ ਹਨ ਸੰਸਾਰੀ, ਕੁਛ ਸੁੱਤੇ ਹੋਏ ਹਨ ਧਾਰਮਿਕ ਲੋਕ, ਅਤੇ ਧਾਰਮਿਕ ਲੋਕਾਂ ਦਾ ਵੀ ਸਾਥ ਛੁੱਟੇਗਾ, ਕਿਉਂਕਿ ਸੁੱਤਾ ਹੋਇਆ ਤੁਹਾਨੂੰ ਸਵਾਏਗਾ। ਖਿਆਲ ਵਿੱਚ ਰੱਖੋ, ਉਹ ਭਾਵੇਂ ਧਾਰਮਿਕ ਢੰਗ ਨਾਲ ਸੁੱਤਾ ਹੈ, ਭਾਵੇਂ ਸੰਸਾਰਿਕ ਢੰਗ ਨਾਲ ਸੁੱਤਾ ਹੈ, ਸੁੱਤਾ ਹੀ ਹੈ ਨਾ, ਤਾਂ ਉਹ ਤੁਹਾਨੂੰ ਵੀ ਸਵਾਏਗਾ। ਅਤੇ ਸੁੱਤਿਆਂ ਹੋਇਆਂ ਦਾ ਸਾਥ ਛੱਡਣਾ, ਜੇ ਤੁਸੀਂ ਜਾਗਣਾ ਹੈ, ਜਾਗਦਿਆਂ ਦੀ ਗੱਲ ਸੁਣੋ ਤਾਂ ਹੀ ਜਾਗੋਗੇ। ਅੰਦਰ ਦੀ ਗੱਲ ਸੁਣੋ, ਅੰਦਰ ਨੂੰ ਜਾਓਗੇ। ਜਿਹੜੇ ਬਾਹਰ ਜੁੜੇ ਹੋਏ ਹਨ ਉਹ ਬਾਹਰਲੀਆਂ ਗੱਲਾਂ ਕਰਦੇ ਹਨ, ਉਹ ਬਾਹਰ, ਤੁਸੀਂ ਬਾਹਰ ਜੁੜੋ। ਅਤੇ ਜਾਗਦਿਆਂ ਹੋਇਆਂ ਨੂੰ ਸੁਣੋ। ਗੁਰਮੁਖ ਜੋਗੀ ਜਾਗਦੇ, ਹੋਰ ਜਗ ਸੁੱਤਾ ਮੋਹ ਪਿਆਰ, ਉਹ ਪਿਆਰ, ਉਹ ਪਿਆਰ।